ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੁਨੀਲ ਪੁੰਨੀ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਖਬਰਾਂ ਦਾ ਬੁਲੇਟਿਨ। ਪੇਸ਼ ਨੇ ਕੁਝ ਚੋਣਵੀਆਂ ਖਬਰਾਂ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਛੱਡਣ ਦਾ ਐਲਾਨ, ਕਿਹਾ ਭਾਜਪਾ ਦੇ ਵਿੱਚ ਨਹੀਂ ਹੋਵਾਂਗਾ ਸ਼ਾਮਲ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਿਨ ਚੜ੍ਹਦੇ ਹੀ ਮਾਰਿਆ ਪੁਲਿਸ ਹੈੱਡਕੁਆਰਟਰ 'ਚ ਅਚਨਚੇਤ ਛਾਪਾ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਲਗਾਤਾਰ ਦੂਜੇ ਦਿਨ ਰੋਡਵੇਜ਼ ਬੱਸਾਂ 'ਚ ਕੀਤਾ ਸਫ਼ਰ। ਬੱਸ 'ਚ ਮੌਜੂਦ ਮਹਿਲਾਵਾਂ ਦੀਆਂ ਜਾਣੀਆਂ ਸਮੱਸਿਆਵਾਂ। ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਦੂਜੀ ਗਰੰਟੀ ਤੇ ਕੱਸੇ ਤੰਜ। ਸੁਖਬੀਰ ਬਾਦਲ ਨੇ ਕਿਹਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕੇਜਰੀਵਾਲ। ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਧਰਨਾ ਜਾਰੀ। ਮੰਗਾਂ ਨਾ ਮੰਨੇ ਜਾਣ ਤੇ ਰੇਲ ਆਵਾਜਾਈ ਰੋਕਣ ਦੀ ਦਿੱਤੀ ਚੇਤਾਵਨੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਛੱਡ ਰਹੇ ਹਨ ਅਤੇ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ। ਕੈਪਟਨ ਨੇ ਨਵਜੋਤ ਸਿੰਘ ਸਿੱਧੂ ਤੇ ਵੀ ਨਿਸ਼ਾਨਾ ਸਾਧਿਆ। ਕਿਹਾ ਕਿ ਜੇਕਰ ਉਹ ਕਿਸੇ ਵੀ ਸੀਟ ਤੋਂ ਚੋਣ ਲੜਦੇ ਹਨ ਤਾਂ ਉਹਨਾਂ ਨੂੰ ਜਿੱਤਣ ਨਹੀਂ ਦੇਣਗੇ। ਦਿੱਲੀ ਤੋਂ ਚੰਡੀਗੜ੍ਹ ਵਾਪਸ ਆਉਣ ਤੇ ਕੈਪਟਨ ਨੇ ਪੱਤਰਕਾਰਾਂ ਨੂੰ ਕਿਹਾ, ਮੈਂ ਕਾਂਗਰਸ ਪਾਰਟੀ ਛੱਡ ਰਿਹਾ ਹਾਂ ਤੇ ਮੈਂ ਇਸ ਪਾਰਟੀ ਵਿੱਚ ਨਹੀਂ ਹਾਂ, ਪਰ ਮੈਂ ਭਾਜਪਾ ਵਿੱਚ ਸ਼ਾਮਿਲ ਨਹੀਂ ਹੋ ਰਿਹਾ। ਆਪਣੀ ਅਗਲੀ ਰਣਨੀਤੀ ਬਾਰੇ ਪੁੱਛਣ ਤੇ ਉਹ ਟਾਲਾ ਵੱਟ ਗਏ ਤੇ ਕਿਹਾ ਉਹ ਆਉਣ ਵਾਲੇ ਸਮੇਂ ਵਿੱਚ ਸਭ ਕੁਝ ਦੱਸ ਦੇਣਗੇ। ਪੰਜਾਬ ਕਾਂਗਰਸ ਦੇ ਫਲੋਰ ਟੈਸਟ ਬਾਰੇ ਕੈਪਟਨ ਨੇ ਕਿਹਾ ਕਿ ਇਹ ਫੈਸਲਾ ਸਪੀਕਰ ਨੇ ਲੈਣਾ ਹੈ, ਉਹ ਕੁਝ ਨਹੀਂ ਕਹਿ ਸਕਦੇ। ਨਵਜੋਤ ਸਿੱਧੂ ਤੇ ਉਹਨਾਂ ਨੂੰ ਮੁੜ ਹਮਲਾ ਬੋਲਦਿਆਂ ਕਿਹਾ ਕਿ ਸਿੱਧੂ ਸਹੀ ਬੰਦਾ ਨਹੀਂ ਹੈ ਅਤੇ ਉਹ ਦੁਬਾਰਾ ਕਹਿੰਦੇ ਹਨ ਕਿ ਸਿੱਧੂ ਜਿੱਥੋਂ ਵੀ ਲੜੇਗਾ ਉੱਥੋਂ ਹਰਾ ਕੇ ਰਹਾਂਗੇ। NSA ਅਜੀਤ ਢੋਭਾਲ ਨਾਲ ਮੁਲਾਕਾਤ ਦੇ ਸਵਾਲ ਦੇ ਅਮਰਿੰਦਰ ਨੇ ਕਿਹਾ ਕਿ ਉਹਨਾਂ ਨੇ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ਤੇ ਉਹਨਾਂ ਨਾਲ ਗੱਲ ਕੀਤੀ। ਪੱਤਰਕਾਰਾਂ ਵੱਲੋਂ ਕਿਹੜੇ ਵਿਧਾਇਕ ਹਨ ਬਾਰੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਕੀ ਮੈਂ ਤੁਹਾਨੂੰ ਇਹ ਦੱਸਾਂਗਾ। ਪੰਜਾਬ ਦੇ DGP ਨੂੰ ਹਟਾਉਣ ਬਾਰੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਫੈਸਲਾ ਲੈਣਾ ਚੰਨੀ ਦਾ ਫੈਸਲਾ ਹੈ, ਕਿਉਂਕਿ ਚੰਨੀ ਦਾ ਕੰਮ ਸਰਕਾਰ ਚਲਾਉਣਾ ਹੈ ਤੇ ਸਿੱਧੂ ਦਾ ਕੰਮ ਗੱਲਬਾਤ ਕਰਨਾ, ਇਸ ਲਈ ਮੁੱਖ ਮੰਤਰੀ ਦਾ ਫੈਸਲਾ ਹੀ आखिरी ਹੁੰਦਾ है। उसका कोई कनेक्शन नहीं था, ये कुछ और बातें थी जो मैं सुबह भी कह चुका हूँ कि जो कई इश्यूज हैं सिक्योरिटी के वगैरह, जो मैं उनसे बात डोभाल साहब हमारे NSA हैं, मैटर्स रिलेटिंग टू सिक्योरिटी हैं जो मैं आपके साथ नहीं शेयर करूँगा, लेकिन मैं 4 साल से देख रहा हूँ क्या हो रहा है पंजाब में और उनके साथ शेयर किया है। डेली ड्रोन्स आ रही हैं, जो ड्रोन पकड़े जाते हैं ठीक है, जो नहीं पकड़े जाते वो कहाँ जा रहे हैं, क्या काम है उनका, कौन उठा रहा है उनको, ये सारी बातें नेशनल सिक्योरिटी के साथ। मैं आई एम नॉट गोइंग टू रिमेन इन द कांग्रेस। नंबर 2, आई एम नॉट जॉइनिंग द BJP, दैट इज इनफ फॉर माय टुमारो। मैं थोड़ा पहला भी किया है, सिद्धू इज नॉट द राइट मैन फॉर पंजाब एंड अगर वो लड़ेगा जहाँ से भी लड़ेगा मैं उसको नहीं जीतेगा। सिद्धू का काम है पार्टी चलाना, चरणजीत चन्नी का काम है गवर्नमेंट चलाना, और गवर्नमेंट चलाने को इंटरफेरेंस कभी नहीं होती। मैंने अपने टाइम में 2 बार गवर्नमेंट चलाई है, 3 बार मैं PCC प्रेसिडेंट रहा हूँ। एक दूसरे से बात करते हैं, लेकिन फाइनल डिसीजन है चरणजीत चन्नी का जो चीफ मिनिस्टर है, नॉट सिद्धू। प्रधान का कोई कम नहीं अफसर हटाना, अफसर ਨੂੰ ਲਗਾਉਂਦਾ ਹੈ चीफ मिनिस्टर, अफसर ਨੂੰ ਹਟਾਉਂਦਾ ਹੈ चीफ मिनिस्टर, अफसर ਨੂੰ बदली करता है चीफ मिनिस्टर। व्हाट इज द PCC? मेरे 9.5 साल की चीफ मिनिस्ट्री में कई प्रधान रहे हैं, हमारी एक दूसरे के साथ बातचीत होती थी, बट कभी ये जो हाल जो सिद्धू ने बनाया एक पहले कभी नहीं। ਪੰਜਾਬ ਦੇ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਐਕਸ਼ਨ ਵਿੱਚ ਦਿਖ ਰਹੇ ਹਨ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਪੁਲਿਸ ਹੈੱਡਕੁਆਰਟਰ ਵਿੱਚ ਅਚਨਚੇਤ ਛਾਪਾ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਛਾਪੇਮਾਰੀ ਦੌਰਾਨ ਉਹਨਾਂ ਦੇ ਨਾਲ DGP ਇਕਬਾਲਪ੍ਰੀਤ ਸਿੰਘ ਸੋਤਾ ਨੇ ਕਈ ਹੋਰ ਸੀਨੀਅਰ ਅਫਸਰ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਉਹ ਅੱਜ ਸਵੇਰੇ ਸਰਕਾਰੀ ਦਫ਼ਤਰ ਖੁੱਲ੍ਹਣ ਦੇ ਸਮੇਂ 9 ਵਜੇ ਅਚਨਚੇਤੀ ਚੈਕਿੰਗ ਲਈ ਸੈਕਟਰ 9 ਸਥਿਤ ਪੰਜਾਬ ਪੁਲਿਸ ਦੇ ਹੈੱਡਕੁਆਰਟਰ 'ਚ ਪਹੁੰਚ ਗਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰੰਧਾਵਾ ਨੇ ਆਖਿਆ ਕਿ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸਰਕਾਰੀ ਦਫ਼ਤਰਾਂ ਵਿੱਚ ਸਰਕਾਰੀ ਕਰਮਚਾਰੀ ਸਮੇਂ ਸਿਰ ਪੁੱਜਣ ਤਾਂ ਜੋ ਸੂਬਾ ਵਾਸੀਆਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਕਿਸੇ ਕਿਸਮ ਦੀ ਖੱਜਲ ਖੁਆਰੀ ਨਾ ਹੋਵੇ। ਉਪ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਵਾਸੀਆਂ ਨੂੰ ਬਿਹਤਰ ਕਾਰਜਕੁਸ਼ਲ ਤੇ ਲੋਕ ਪੱਖੀ ਸੇਵਾਵਾਂ ਦੇਣ ਲਈ ਅੱਜ ਮੁੱਖ ਦਫ਼ਤਰ ਵਿਖੇ ਚੈਕਿੰਗ ਕੀਤੀ ਗਈ। ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਦਫ਼ਤਰਾਂ ਦੇ ਵਿੱਚ ਅਫਸਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਅੱਜ ਪੁਲਿਸ ਹੈੱਡਕੁਆਰਟਰ ਦੀ ਜਨਰਲ ਚੈਕਿੰਗ ਦੀ ਜੋ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਸੀ ਕਿ 9 to 5 ਜਿਹੜੀ ਆ ਹਾਜ਼ਰੀ ਚਾਹੀਦੀ, ਉਹਦੇ ਤਹਿਤ ਅੱਜ ਪਹਿਲੇ ਦਿਨ ਆਇਆ ਔਰ ਇੱਥੇ ਜਿਹੜੀ ਚੈਕਿੰਗ ਕੀਤੀ ਹੈ ਫਸਟ ਚੈਕਿੰਗ ਸੀ ਤੇ ਅੱਜ ਕਿਸੇ ਦੀ ਐਬਸੈਂਟ ਜਾਂ ਹੋਰ ਕੋਈ ਗੱਲ ਨਹੀਂ ਤੇ ਅਗਰ ਜੇ ਕੋਈ ਐਬਸੈਂਟ ਜਾਂ ਕੋਈ ਆਇਆ ਉਹਦੇ ਐਕਸ਼ਨ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਦਾ ਸਰਕਾਰੀ ਬੱਸਾਂ ਵਿੱਚ ਸਫ਼ਰ ਜਾਰੀ ਹੈ। ਰਾਜਾ ਵੜਿੰਗ ਨੇ ਦੂਜੇ ਦਿਨ ਵੀ ਸਰਕਾਰੀ ਬੱਸ ਵਿੱਚ ਸਫ਼ਰ ਕੀਤਾ ਹੈ।
ਟਰਾਂਸਪੋਰਟ ਮੰਤਰੀ ਨੇ ਸਵਾਰੀਆਂ ਨਾਲ ਭਰੀ ਬੱਸ ਵਿੱਚ ਖੜ੍ਹ ਕੇ ਹੀ ਸਫ਼ਰ ਕੀਤਾ ਅਤੇ ਉਹਨਾਂ ਨੇ ਪੇਸ਼ ਆਉਂਦੀਆਂ ਦਿੱਕਤਾਂ ਪੁੱਛੀਆਂ। ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਉਹਨਾਂ ਨੇ ਪਹਿਲਾਂ PRTC ਦੀ AC ਬੱਸ ਵਿੱਚ ਸਫ਼ਰ ਕੀਤਾ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਆਮ ਸਰਕਾਰੀ ਬੱਸ ਵਿੱਚ ਸਵਾਰ ਹੋਣ ਦਾ ਸੁਝਾਅ ਦਿੱਤਾ ਤੇ ਉਸ ਸੁਝਾਅ ਨੂੰ ਮੰਨਦਿਆਂ ਇਹ ਸਫ਼ਰ ਕੀਤਾ। ਇਹਨਾਂ ਨੇ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਸਰਕਾਰੀ ਬੱਸਾਂ ਦੇ ਸਫ਼ਰ ਤੇ ਟਰਾਂਸਪੋਰਟ ਮਹਿਕਮੇ ਨੂੰ ਬਿਹਤਰ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਰਾਜਪੁਰਾ ਤੋਂ ਪਟਿਆਲੇ ਤੱਕ ਦਾ ਸਫ਼ਰ ਸਰਕਾਰੀ AC ਬੱਸ 'ਚ ਤੈਅ ਕੀਤਾ ਸੀ। ਇਸ ਦੌਰਾਨ ਇਹਨਾਂ ਲੋਕਾਂ ਨਾਲ ਗੱਲਬਾਤ ਕਰ ਮੁਸ਼ਕਲਾਂ ਜਾਣਨ ਦੀ ਕੋਸ਼ਿਸ਼ ਕੀਤੀ। ਮੰਤਰੀ ਰਾਜਾ ਵੜਿੰਗ ਦਾ ਸਰਕਾਰੀ ਬੱਸਾਂ ਦਾ ਸਫ਼ਰ ਮਕਸਦ ਲੋਕਾਂ ਨੂੰ ਸਫ਼ਰ ਦੌਰਾਨ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਹੋਣਾ ਹੈ ਅਤੇ ਸਰਕਾਰੀ ਬੱਸਾਂ ਦੇ ਸਫ਼ਰ ਤੇ ਟਰਾਂਸਪੋਰਟ ਮਹਿਕਮੇ ਨੂੰ ਬਿਹਤਰ ਬਣਾਉਣਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਦੀ ਢਹਿ ਢੇਰੀ ਹੋਣ ਦੀ ਪ੍ਰਧਾਨਗੀ ਕੀਤੀ ਹੈ ਤੇ ਉਹਨਾਂ ਨੂੰ ਝੂਠ ਬੋਲ ਕੇ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ, ਜਦੋਂ ਉਹ ਪਹਿਲਾਂ ਹੀ ਕੋਈ ਵੀ ਪ੍ਰਾਪਤੀ ਹਾਸਲ ਕਰਨ ਵਿੱਚ ਨਾਕਾਮ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ, ਇੱਥੇ ਹੀ ਬਸ ਨਹੀਂ ਬਲਕਿ ਦਿੱਲੀ ਸਰਕਾਰ ਨੇ 2019 'ਚ ਆਪ ਹਾਈ ਕੋਰਟ ਵਿੱਚ ਇਹ ਮੰਨਿਆ ਕਿ 35 ਹਸਪਤਾਲਾਂ ਦੇ ਹਾਲਾਤ ਬਹੁਤ ਮਾੜੇ ਹਨ, ਜਿੱਥੇ ਤਾਇਨਾਤ ਕਰਨ ਵਾਸਤੇ ਬੰਦੇ ਵੀ ਨਹੀਂ ਹਨ। ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਜਰੀਵਾਲ ਹਿੰਦੀ ਵਿੱਚ ਉਹੀ ਐਲਾਨ ਦੁਹਰਾ ਰਹੇ ਹਨ ਜੋ ਪਿਛਲੇ ਮਹੀਨੇ 3 ਅਗਸਤ ਨੂੰ ਅਕਾਲੀ ਦਲ ਨੇ ਐਲਾਨ ਕੀਤਾ ਸੀ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਕੀਤੇ ਐਲਾਨ ਤੇ ਅਕਾਲੀ ਦਲ ਦੇ ਐਲਾਨ ਵਿੱਚ ਬਹੁਤ ਵੱਡਾ ਫਰਕ ਹੈ। ਉਹਨਾਂ ਕਿਹਾ ਕਿ ਸਾਡਾ ਇਤਿਹਾਸ ਰਿਹਾ ਹੈ ਕਿ ਅਸੀਂ ਆਪਣੇ ਵਾਅਦੇ ਪੂਰੇ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਏਮਸ, ਪਿਮਸ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਬਣਾਈ ਤੇ ਪੰਜਾਬ ਵਿੱਚ ਸਾਰੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਅਪਗ੍ਰੇਡ ਕੀਤਾ, ਪਰ ਕੇਜਰੀਵਾਲ ਨੇ ਅਜਿਹਾ ਕੁਝ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਫੇਲ ਮੁਹੱਲਾ ਕਲੀਨਿਕ ਮਾਡਲ ਨਾਲ ਪੰਜਾਬ ਵਿੱਚ 16,000 ਪਿੰਡ ਪੱਧਰ ਦੇ ਕਲੀਨਿਕ ਸਥਾਪਿਤ ਕਰਨ ਦਾ ਵਾਅਦਾ ਕਰਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ ਆਪਣੀ ਦੂਜੀ ਗਾਰੰਟੀ ਦਿੱਤੀ ਹੈ। ਮੈਨੂੰ ਤਾਂ ਬੜੀ ਹਾਸੇ ਵਾਲੀ ਗੱਲ ਲੱਗਦੀ ਹੈ, ਦਿੱਲੀ ਦਾ ਮੁੱਖ ਮੰਤਰੀ ਹੋਏ, ਦਿੱਲੀ ਵਿੱਚ ਕਿਸੇ ਨੂੰ ਸਹੂਲਤ ਨਾ ਦਿੰਦਾ ਹੋਏ ਤੇ ਪੰਜਾਬ 'ਚ ਆ ਕੇ ਕਹੇ ਕਿ ਮੈਂ ਦਿੱਲੀ ਦੇ ਮੁੱਖ ਮੰਤਰੀ ਦੀ ਗਾਰੰਟੀ ਹੈ ਕਿ ਆਮ ਆਦਮੀ ਪਾਰਟੀ ਕੋਲੇ ਕੋਈ ਪੰਜਾਬ ਦਾ ਲੀਡਰ ਨਹੀਂ ਬਚਿਆ ਜਿਹੜਾ ਪੰਜਾਬੀਆਂ ਨੂੰ ਆਪ ਕਹੇ ਕਿ ਮੈਂ ਪੰਜਾਬੀ ਹਾਂ, ਪੰਜਾਬ 'ਚ ਰਹਿਣ ਵਾਲਾ, ਤੁਹਾਡੀ ਅਗਵਾਈ ਕਰਨਾ ਚਾਹਣਾ, ਆ ਮੇਰੀ ਜ਼ਬਾਨ ਹੈ, ਮੇਰੀ ਗਾਰੰਟੀ ਹੈ। ਤੇ ਲਫ਼ਜ਼ਾਂ ਦਾ ਹੁਣ ਹੇਰ ਫੇਰ। ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ, ਮੁੱਕਰ ਗਏ, ਫਾਰਮ ਭਰਾਏ, ਮੁੱਕਰ ਗਏ। ਹੁਣ ਇਹਨਾਂ ਨੇ ਕਿਹਾ ਗਾਰੰਟੀ। ਗਾਰੰਟੀ ਦੀ ਕੀ ਗਾਰੰਟੀ ਹੈ, ਮੈਂ ਪੁੱਛਣਾ ਚਾਹਣਾ, ਜੇ ਨਾ ਪੂਰਾ ਕਰਨਗੇ। ਮੈਂ ਕੇਜਰੀਵਾਲ ਸਾਹਿਬ ਤੋਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹਣਾ ਹੈ ਕਿ ਗਾਰੰਟੀ ਜਿਹੜੀ ਕਹੀ ਹੈ ਤੁਸੀਂ, ਉਹਦੀ ਕੀ ਗਾਰੰਟੀ ਹੈ ਕਿ ਤੁਸੀਂ ਜੇ ਮੁੱਕਰ ਗਏ ਤੇ ਉਹਦੀ ਗਾਰੰਟੀ ਕੀ ਹੈ? ਕੀ ਤੁਸੀਂ ਜੇ ਮੁੱਕਰੇ ਤੇ ਗਾਰੰਟੀ ਦਿੰਦੇ ਹੋ ਕਿ ਦਿੱਲੀ ਦੀ ਸਿਆਸਤ ਛੱਡ ਦੋਗੇ? ਕੀ ਤੁਸੀਂ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੋਗੇ? ਕੱਲੇ ਇੱਥੇ ਆ ਕੇ ਬੋਲਣਾ ਤੇ ਡਰਾਮੇ ਕਰਨਾ ਪੰਜਾਬ ਦੀ ਜਨਤਾ ਜਾਣਦੀ ਹੈ। ਦੂਜੀ ਗੱਲ ਜਿਹੜੀ ਮੈਨੂੰ ਹੈਰਾਨ ਦੀ ਹੈ, ਪੰਜਾਬ ਦੀ ਆਮ ਆਦਮੀ ਪਾਰਟੀ ਰੋਜ਼ ਅਖਬਾਰਾਂ 'ਚ ਕਹਿੰਦੀ ਹੈ ਕੇਜਰੀਵਾਲ ਸਾਹਿਬ ਆਉਣਗੇ ਤੇ ਗਾਰੰਟੀ ਦੇਣਗੇ। ਕੀ ਪੰਜਾਬ ਦੇ ਲੋਕ ਕੋਈ ਕੇਜਰੀਵਾਲ ਤੋਂ ਮੰਗਣ ਬੈਠੇ ਹੈ ਕਿ ਦੱਸੋ ਜੀ ਹੁਣ ਦੂਜੀ ਕੀ ਮੰਗ ਤੁਸੀਂ ਸਾਡੀ ਪੂਰੀ ਕਰੋਗੇ? ਤੀਜੀ ਗਾਰੰਟੀ ਦੱਸੋ ਕੀ ਹੋਣਗੇ? ਚੌਥੀ ਗਾਰੰਟੀ ਕੀ ਹੋਊਗਾ? 2 ਮਹੀਨੇ ਬਾਅਦ ਆਊਗਾ ਕੇਜਰੀਵਾਲ ਤੇ ਕਹਿਣਗੇ ਹੁਣ ਮੇਰੀ ਤੀਜੀ ਗਾਰੰਟੀ, ਚੌਥੀ ਗਾਰੰਟੀ। ਆ ਜਿਹੜੇ ਬੈਂਕ ਹੈ, ਤੁਸੀਂ, ਮੈਂ ਪੰਜਾਬੀਆਂ ਨੂੰ ਸਾਰਿਆਂ ਨੂੰ ਪਤਾ ਹੈ, ਤੁਸੀਂ ਬੈਂਕ ਤੋਂ ਕਰਜ਼ਾ ਲੈਣ ਜਾਂਦੇ ਹੋ, ਬੈਂਕ ਚੋਂ ਜਦੋਂ ਗਾਰੰਟੀ ਮੰਗਦਾ ਹੈ ਉਹ ਬੰਦੇ ਦੀ ਆਪਣੀ ਗਾਰੰਟੀ ਮੰਗਦਾ, ਜਿਹੜਾ ਲੋਨ ਲੈਂਦਾ ਹੈ। ਆਂਢੀ ਗੁਆਂਢੀ ਦੀ ਗਾਰੰਟੀ ਨਹੀਂ ਲੈਂਦੇ ਉਹ। ਮੁੱਖ ਮੰਤਰੀ ਦਿੱਲੀ ਦਾ ਹੈ, ਜੇ ਨਾ ਆਇਆ, ਜੇ ਨਾ ਪ੍ਰਵਾਹ ਕੀਤੀ, ਆਪਾਂ ਕੀ ਕਰ ਲਾਂਗੇ? ਸੋ ਆਹੀ ਗੱਲ ਸ਼ੋਅ ਕਰਦਾ ਜਿਹੜਾ ਕੇਜਰੀਵਾਲ ਨੂੰ ਅੱਗੇ ਲੈ ਕੇ ਉਹਦੀ ਗਾਰੰਟੀ ਕਹਿਣ ਲੱਗੇ। ਆਮ ਆਦਮੀ ਪਾਰਟੀ ਦਾ ਫਰਾਡ ਇੱਥੋਂ ਹੀ ਪਤਾ ਲੱਗ ਜਾਂਦਾ। ਹੁਣ ਅੱਜ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਗਾਰੰਟੀ ਕਿਸ ਚੀਜ਼ ਦਿੱਤੀ ਹੈ?
आज ही केजरीवाल साहब ने किया है कि मैं मुफ्त हेल्थ केयर दूंगा, मुफ्त दवाइयां दूंगा, हेल्थ कार्ड बनाऊंगा, 16,000 पिंडां दे क्लीनिक बनाऊंगा ते नवें वर्ल्ड क्लास हस्पताल बनाऊंगा, फ्री ट्रीटमेंट रोड एक्सीडेंट वास्ते। मैं केजरीवाल साहब ਨੂੰ ਪੁੱਛਣਾ ਚਾਹਣਾ, ਤੁਸੀਂ ਦਿੱਲੀ 'ਚ ਮੁੱਖ ਮੰਤਰੀ ਹੋ, ਮੈਨੂੰ ਤੁਸੀਂ ਦੱਸੋ ਪਿਛਲੇ 7 ਸਾਲ 8 ਸਾਲ ਤੁਸੀਂ ਮੁੱਖ ਮੰਤਰੀ ਹੋ, ਕਿੰਨੇ ਨਵੇਂ ਹਸਪਤਾਲ ਤੁਸੀਂ ਬਣਾਏ ਆ ਦਿੱਲੀ 'ਚ? ਇੱਕ ਹਸਪਤਾਲ ਨਵਾਂ ਨਹੀਂ ਬਣਾਇਆ ਕੇਜਰੀਵਾਲ ਨੇ ਦਿੱਲੀ 'ਚ। ਆ ਆਰਟੀਆਈ ਤੋਂ ਆ ਇਨਫੋਰਮੇਸ਼ਨ ਹੈ, ਆਰਟੀਆਈ ਦੀ ਲਿਆਂਦੀ ਹੈ ਇਨਫੋਰਮੇਸ਼ਨ। ਇੱਥੇ ਆ ਕੇ ਕਹਿੰਦੇ ਮੈਂ ਨਵੇਂ ਹਸਪਤਾਲ ਬਣਾਉਂਗਾ, ਜਿੱਥੇ ਦਿੱਲੀ ਦੇ ਮੁੱਖ ਮੰਤਰੀ ਹੈ ਇੱਕ ਨਵਾਂ ਹਸਪਤਾਲ ਬਣਾਇਆ ਆ ਆਰਟੀਆਈ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਕਾਲੇ ਕਾਨੂੰਨਾਂ ਤੇ ਪੰਜਾਬ ਸਰਕਾਰ ਵੱਲੋਂ ਸੱਤਾ ਹਥਿਆਉਣ ਲਈ ਝੂਠੀਆਂ ਸੌਹਾਂ ਖਾ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦੇ ਰੋਸ ਤੇ ਲੋਕ ਮਾਰੂ ਨੀਤੀਆਂ ਦੇ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਦੇ ਡੀਸੀ ਦਫ਼ਤਰਾਂ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਸੀ। ਅੱਜ ਉਹ ਧਰਨਾ ਤੀਜੇ ਦਿਨ ਵਿੱਚ ਦਾਖਲ ਹੋ ਗਿਆ। ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਨੂੰ ਵਿਸ਼ਵਾਸ ਦਿੱਤਾ ਸੀ ਕਿ ਜਲਦੀ ਹੀ ਤੁਹਾਡੀਆਂ ਮੰਗਾਂ ਮੰਨ ਲਿਆ ਜਾਣਗੀਆਂ। ਉਹਨਾਂ ਨੇ ਕਿਹਾ ਸੀ ਕਿ ਅਗਰ ਸਰਕਾਰ ਨੇ 20 ਦਿਨਾਂ ਵਿੱਚ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਰੇਲ ਲਾਈਨਾਂ ਤੇ ਬੈਠ ਜਾਵਾਂਗੇ। ਇਸ ਮੌਕੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਨੇਤਾ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਕੇਂਦਰ ਵੱਲੋਂ 3 ਕਾਲੇ ਕਾਨੂੰਨ ਲਿਆਂਦੇ ਹਨ, ਜਿਸ ਦਾ ਅਸੀਂ ਲੰਮੇ ਸਮੇਂ ਤੋਂ ਵਿਰੋਧ ਕਰ ਰਹੇ ਹਾਂ ਤੇ ਜੋ ਪੰਜਾਬ ਸਰਕਾਰ ਵੱਲੋਂ ਸੱਤਾ ਹਥਿਆਉਣ ਲਈ ਕਾਂਗਰਸ ਸਰਕਾਰ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਕਿ ਕੁਝ ਦਿਨਾਂ ਵਿੱਚ ਹੀ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ, ਲੇਕਿਨ ਉਹਨਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਕਿ ਝੋਨੇ ਦੀ ਖਰੀਦ ਪੁਰਾਣੇ ਮਾਪਦੰਡਾਂ ਨਾਲ ਹੋਵੇਗੀ, ਲੇਕਿਨ ਕਿਸਾਨਾਂ ਨੂੰ ਪੈਸੇ ਨਵੀਆਂ ਹਦਾਇਤਾਂ ਦੇ ਨਾਲ ਦਿੱਤੇ ਜਾਣਗੇ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ 20 ਦਿਨਾਂ ਦਾ ਸਮਾਂ ਦਿੱਤਾ ਹੈ, ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ 20 ਦਿਨਾਂ ਬਾਅਦ ਰੇਲ ਲਾਈਨਾਂ ਤੇ ਬੈਠ ਜਾਵਾਂਗੇ। ਸਾਡਾ ਮੁੱਖ ਮਕਸਦ ਤਾਂ ਵੇਖੋ ਜੀ, ਜਿਹੜਾ ਪਹਿਲੇ ਅਸੀਂ ਦਿੱਲੀ ਦੀਆਂ ਹੱਦਾਂ ਤੋਂ ਸ਼ੁਰੂ ਕੀਤਾ ਹੋਇਆ ਕਿ ਜਿਹੜਾ ਇਹ ਕਿਸਾਨ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ ਸਰਕਾਰ, ਜਿਨ੍ਹਾਂ ਨੂੰ ਕਾਲੇ ਕਾਨੂੰਨ ਅਸੀਂ ਕਹਿ ਰਹੇ ਹਾਂ, ਉਹਨਾਂ ਨੂੰ ਅਸੀਂ ਕਹਿੰਦੇ ਕਿ ਤੁਸੀਂ ਰੱਦ ਕਰਕੇ APMC ਐਕਟ ਬਣਾਓ ਤਾਂ ਕਿ ਉਹਦੇ ਵਿੱਚ ਜਿਹੜੀਆਂ ਸਰਕਾਰੀ ਮੰਡੀਆਂ ਉਹਨਾਂ ਦੀ ਕੋਈ ਤੋੜ ਨਾ ਹੋਏ। ਜਿਹੜਾ ਪ੍ਰਾਈਵੇਟਕਰਨ ਕੀਤਾ ਜਾ ਰਿਹਾ ਨਾ ਸਰਕਾਰ ਵੱਲੋਂ, ਬਸ ਉਹਦੇ ਤੇ ਰੋਕ ਲਗਾਉਣੀ ਹੈ। ਜਿਹੜਾ ਧਰਨਾ ਅੱਜ ਲੱਗਾ ਜੀ, ਤੀਸਰੇ ਦਿਨ ਦੇ ਵਿੱਚ ਧਰਨਾ ਜਿਹੜਾ ਸ਼ਾਮਲ ਹੋ ਚੁੱਕਾ ਆ। ਜੋ ਝੋਨੇ ਦੀ ਖਰੀਦ ਆਉਣ ਵਾਲੀ ਆ, ਜਿਹੜੀਆਂ ਸਰਕਾਰ ਵੱਲੋਂ ਜਿਹੜੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ, ਫਰਦਾਂ ਵਾਲੀ ਗੱਲ, ਜਮਾਬੰਦੀਆਂ ਵਾਲੀ ਗੱਲ ਆ, ਬਦਰੰਗ ਦਾਣੇ ਵਾਲੀ ਗੱਲ ਆ, ਜਾਂ ਮੌਕਚਰ ਵਾਲੀ ਗੱਲ ਆ, ਜਿਹੜੀ 17 ਤੋਂ ਘਟਾ ਕੇ ਜਿਹੜੀ 16 ਕੀਤੀ ਰਹੀ। ਸਾਡੀ ਮੰਗ ਆ ਵੀ ਜਿਹੜੇ ਮੌਕਚਰ ਆ 22 ਕੀਤੀ ਜਾਵੇ। ਝੋਨੇ ਦੀ ਖਰੀਦ ਜਿੱਦਾਂ ਪਹਿਲਾਂ ਦੇ ਆਧਾਰ ਦਿੰਦੀ, ਉਸੇ ਤਰੀਕੇ ਨਾਲ ਝੋਨੇ ਦੀ ਜਿਹੜੀ ਖਰੀਦ ਹੋਵੇ। ਜੋ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸੀ, ਕਰਜ਼ਾ ਮਾਫੀ ਦਾ, ਵੀ ਆੜ੍ਹਤੀਆਂ ਦਾ, ਸ਼ਾਹੂਕਾਰਾਂ ਦਾ, ਬੈਂਕਾਂ ਦਾ ਜਿਹੜਾ ਕਰਜ਼ਾ ਆ ਉਹ ਅਸੀਂ ਮਾਫ ਕਰਾਂਗੇ। ਕੱਲ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਜਿਹੜੀ ਆ ਚੰਡੀਗੜ੍ਹ ਵਿਖੇ ਹੋਈ ਆ। ਉੱਥੇ ਜਿਹੜੇ ਡਿਪਟੀ CM ਰੰਧਾਵਾ ਸਾਹਿਬ ਉਹਨਾਂ ਨੇ ਕਿਹਾ ਵੀ ਜਿੰਨਾ ਕਿਸਾਨਾਂ ਦਾ ਕਰਜ਼ ਆ ਉਹ ਸਾਡੀ ਜਿਹੜੀ ਕਾਂਗਰਸ ਸਰਕਾਰ ਆ ਸਮਰੱਥ ਆ, ਕਰਜ਼ਾ ਨਹੀਂ ਉਤਾਰ ਸਕਦੀ। ਅਸੀਂ ਇਹ ਕਹਿਣਾ ਚਾਹੁੰਦੇ ਵੀ ਜੇ ਤੁਹਾਨੂੰ ਉਦਣ ਜਿੱਦਣ ਐਲਾਨ ਕੀਤਾ, ਇਹ ਵਾਅਦੇ ਕੀਤੇ ਸੀਗੇ, ਇਹ ਤੁਹਾਨੂੰ ਸਾਰਾ ਕੁਝ ਸੋਚ ਸਮਝ ਲੈਣਾ ਚਾਹੀਦਾ ਹੈਗਾ। ਇਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਫੜ ਕੇ ਲੋਕਾਂ ਨਾਲ ਵਾਅਦਾ ਕੀਤਾ ਹੈਗਾ। ਸਰਕਾਰ ਜਿਹੜੀ ਉਹ ਤਾਂ ਭੱਜ ਚੁੱਕੀ ਆ, ਪਰ ਅਸੀਂ ਫੇਰ ਕਹਿਣਾ ਚਾਹੁੰਦੇ ਆ ਵੀ ਇਹ ਸਰਕਾਰ ਜੇ ਲੋਕਾਂ ਦਾ ਬਹੁਤ ਵੱਡਾ ਗੁੱਸਾ ਆ, ਰੋਹ ਦੇ ਵਿੱਚ ਲੋਕ ਬੈਠੇ ਆ, ਜਥੇਬੰਦ ਰੂਪ 'ਚ ਬੈਠੇ ਆ। ਜੇਕਰ ਇਹ ਸਰਕਾਰਾਂ ਮੈਨੀਫੈਸਟੋ ਬਣਾ ਕੇ ਇਸੇ ਤਰੀਕੇ ਨਾਲ ਤੋੜਦੀਆਂ ਰਹੀਆਂ, ਇਹ ਸਿਸਟਮ ਤੋਂ ਜਿਹੜਾ ਵੋਟਾਂ ਵਾਲੇ ਤੋਂ ਲੋਕਾਂ ਦਾ ਅੱਗੇ ਮੋਹ ਭੰਗ ਹੋ ਚੁੱਕਾ ਤੇ ਰਹਿੰਦਾ ਵੀ ਜਿਹੜਾ ਹੋ ਜਾਏਗਾ। ਇਹ ਜਿਹੜਾ ਸਾਡਾ ਅੰਦੋਲਨ ਸੀਗਾ, ਮੋਰਚਾ ਜਿਹੜਾ ਅੱਜ ਤੀਜੇ ਦਿਨ 'ਚ ਆ, ਅੱਜ ਅਸੀਂ ਰੇਲ ਤੇ ਚੱਲ ਜਾਣਾ ਸੀਗਾ। ਰੇਲ ਰੋਕੋ ਅੰਦੋਲਨ ਅੱਜ ਤੋਂ ਪੰਜਾਬ ਦੇ 5 ਮਾਰਗਾਂ ਤੇ ਰੇਲ ਮਾਰਗਾਂ ਤੇ ਸ਼ੁਰੂ ਹੋ ਜਾਣਾ ਸੀ, ਜਿਹਦੇ 'ਚ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਜਲੰਧਰ ਤੇ ਫਿਰੋਜ਼ਪੁਰ, ਇਹ 5 ਥਾਵਾਂ ਤੇ ਰੇਲ ਰੋਕੋ ਅੰਦੋਲਨ ਸ਼ੁਰੂ ਹੋਣਾ ਸੀ। ਉਹ ਅੱਜ ਅਸੀਂ ਮੁਲਤਵੀ ਇਹ ਕਰਕੇ ਕੀਤਾ ਵਾ ਕਿਉਂਕਿ ਕੱਲ ਇਹਨਾਂ ਨੇ ਮੀਟਿੰਗ ਕੀਤੀ ਸਾਡੇ ਨਾਲ ਚੰਡੀਗੜ੍ਹ 'ਚ ਮਾਰਕਫੈੱਡ ਭਵਨ ਦੇ ਵਿੱਚ। ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਤੇ ਨਾਲ ਜਿਹੜੇ ਹੋਰ ਉਹਨਾਂ ਦੇ ਅਧਿਕਾਰੀ ਆ, ਮੰਡੀ ਬੋਰਡ ਦੇ ਜਿਹੜੇ ਸਕੱਤਰ, ਦੂਜੇ ਜਿਹੜੇ ਸਕੱਤਰ ਆ, ਉਹਨਾਂ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ। ਸਾਰੇ ਅਮਲੇ ਫੈਲੇ ਨੇ ਮੀਟਿੰਗ ਕਰਕੇ ਉਹਨਾਂ ਨੇ ਸਾਨੂੰ ਇਹ ਭਰੋਸੇ ਦਿੱਤੇ ਆ ਕਿ ਅਸੀਂ ਜਿਹੜੇ ਤੁਹਾਡੇ ਮਸਲੇ ਆ, ਉਹ ਕੁਝ ਮਸਲੇ ਜਿਹੜੇ ਆ ਤੁਰੰਤ ਹੱਲ ਕਰਤੇ ਆ, ਕੁਝ ਮਸਲੇ ਜਿਹੜੇ ਆ ਕੁਝ ਦਿਨਾਂ 'ਚ ਹੱਲ ਕਰ ਦਾਂਗੇ। ਇਸ ਕਰਕੇ ਜਿਹੜਾ ਅੰਦੋਲਨ ਨੂੰ ਮੁਲਤਵੀ ਕਰ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਹੁਣ 11 ਅਕਤੂਬਰ ਨੂੰ ਸ਼ੁਰੂ ਕਰਨ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਵਿੱਚ ਵੱਡਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਕੀਤੀ ਜਾਣੀ ਸੀ, ਪਰ ਝੋਨੇ ਦੀ ਫਸਲ ਦੇ ਵਿੱਚ ਨਮੀ ਦੱਸਦਿਆਂ ਇਸ ਨੂੰ 10 ਦਿਨਾਂ ਲਈ ਅੱਗੇ ਪਾਉਣ ਦਾ ਫੈਸਲਾ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਇਸ ਫੈਸਲੇ ਤੇ ਭਟਕਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕੱਲ ਤੱਕ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਵੇ, ਨਹੀਂ ਤਾਂ ਹਰਿਆਣੇ ਤੇ ਪੰਜਾਬ ਦੇ ਕਿਸਾਨ ਝੋਨੇ ਦੀ ਖਰੀਦ ਨੂੰ ਲੈ ਕੇ ਦੋਵਾਂ ਸੂਬਿਆਂ ਦੇ ਵਿੱਚ ਸੰਘਰਸ਼ ਸ਼ੁਰੂ ਕਰਨਗੇ। ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਜਾਣਬੁੱਝ ਕੇ ਝੋਨੇ ਦੀ ਖਰੀਦ ਲੇਟ ਕਰਕੇ
ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜੇਕਰ ਕੱਲ ਤੱਕ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲੈਂਦਿਆਂ ਝੋਨੇ ਦੀ ਖਰੀਦ ਸ਼ੁਰੂ ਨਾ ਕੀਤੀ ਤਾਂ ਕਿਸਾਨ ਭਾਜਪਾ ਦੇ ਆਗੂਆਂ ਦੇ ਘਰਾਂ ਦੇ ਬਾਹਰ ਆਪਣੀਆਂ ਟਰਾਲੀਆਂ ਤੇ ਫਸਲ ਲੈ ਕੇ ਪਹੁੰਚਣਗੇ। ਉਹਨਾਂ ਨੇ ਕਿਹਾ ਕਿ ਕਿਸਾਨ ਭਾਜਪਾ ਆਗੂਆਂ ਨੂੰ ਉਦੋਂ ਤੱਕ ਘਰਾਂ ਤੋਂ ਬਾਹਰ ਨਹੀਂ ਨਿਕਲਣ ਦੇਣਗੇ ਜਦੋਂ ਤੱਕ ਉਹਨਾਂ ਦੀ ਫਸਲ ਦੀ ਖਰੀਦ ਮੰਡੀਆਂ ਵਿੱਚ ਸ਼ੁਰੂ ਨਹੀਂ ਹੋ ਜਾਂਦੀ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜਾਣਬੁੱਝ ਕੇ ਸਰਕਾਰ ਵੱਲੋਂ ਨਮੀ ਦਾ ਬਹਾਨਾ ਬਣਾਇਆ ਜਾ ਰਿਹਾ ਹੈ ਜਦੋਂ ਕਿ ਝੋਨੇ ਦੀ ਫਸਲ ਇਸ ਸਮੇਂ ਪੂਰੀ ਤਰ੍ਹਾਂ ਖਰੀਦਣਯੋਗ ਹੈ। साथियों, हरियाणा और पंजाब में धान बहुत जल्दी पक जाती है और वैसे भी अब कम टाइम में पकने वाली वैरायटियाँ आ गई। सरकार 15 जून से कहती है कि धान लगाओ और अगर 3 महीने की वैरायटी है तो वो 15 सितंबर को पक जाती है। और हमने डिमांड की थी कि 15 सितंबर से अगर आप खरीद नहीं भेजते तो 25 सितंबर से खरीद ज़रूर भेज दीजिए। मंडियों में ढेर लगे पड़े हैं, ऊपर से बारिश हुई, अनाज की तबाही हो गई, देखा नहीं जाता। पड़ा पड़ा अनाज, पका पकाया धान जो है किसान का ख़राब हो गया। निर्दयी सरकार ने कहा कि 1 तारीख से खरीद करेंगे, लेकिन आज ही सूचना मिली है, क्योंकि कल 1 तारीख है, आज ही सूचना मिली है कि एक नया फरमान और आ गया है कि अब 1 तारीख से खरीद नहीं होगी, 11 तारीख से खरीद होगी। और उसके साथ एक फरमान और आ गया है कि 1 एकड़ से 25 क्विंटल धान खरीदी जाएगी, जबकि कई वैरायटियाँ 30 क्विंटल से भी ज़्यादा निकल जाती हैं। तो बाकी वो कहाँ ले जाएगा पता नहीं। साथियों, ये सरकार उस दौरान कर रही जब हमारा आंदोलन चल रहा है, और इससे बड़ी क्रूरता क्या होगी कि एक किसान के ऊपर मौसम की मार, इस बार पकी हुई धान खेत में पड़ी खराब होगी, मंडी में आई खराब होगी, तबाही उठ गई फसलों की, और ऊपर से सरकार ये क्रूरता बरत रही है। हम सरकार को साफ तौर पे चेतावनी देना चाहते हैं कि कल खरीद शुरू कर ले खट्टर साहब, हमारा खून मत जला, हमारा सत मत देख, कल खरीद शुरू कर ले, अच्छा रहेगा। फिर चेतावनी दे रहे हैं, कल खरीद शुरू कर ले, वरना परसों तेरे MLA, तेरे MP, तेरे नेताओं को इस तरीके से घेरेंगे, घर में बंद करेंगे, उनका कुत्ता भी बाहर नहीं निकल पाएगा। किसान साथियों, कल का दिन इंतजार कर लो, अगर कल खरीद नहीं आती है परसों सबके घर घेर लो। ਪੰਜਾਬ ਕਾਂਗਰਸ ਵਿੱਚ ਖੇਡ ਮੰਤਰੀ ਬਣਨ ਤੋਂ ਬਾਅਦ ਕੈਂਟ ਹਲਕੇ ਤੋਂ ਵਿਧਾਇਕ ਪ੍ਰਗਟ ਸਿੰਘ ਅੱਜ ਜਲੰਧਰ ਪਹੁੰਚੇ। ਇਸ ਦੌਰਾਨ ਸਰਕਟ ਹਾਊਸ ਵਿਖੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਸਿੰਘ ਨੇ ਕਿਹਾ ਕਿ ਮੇਰੀ ਖੇਡਾਂ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਤੇ ਮੈਂ NRIs ਨੂੰ ਅਪੀਲ ਕੀਤੀ ਹੈ ਕਿ ਬੱਚਿਆਂ 'ਚ ਖੇਡ ਪ੍ਰਮੋਟ ਕਰਨ ਲਈ ਉਹ ਆਪਣਾ ਯੋਗਦਾਨ ਦੇਣ। ਉਹਨਾਂ ਕਿਹਾ ਕਿ ਬਤੌਰ ਖੇਡ ਮੰਤਰੀ ਹੋਣ ਦੇ ਨਾਤੇ ਉਹ ਖੇਡਾਂ ਨੂੰ ਪਿੰਡਾਂ 'ਚ ਵੱਧ ਤੋਂ ਵੱਧ ਪ੍ਰਮੋਟ ਕਰਨਗੇ ਤਾਂ ਜੋ ਦੇਸ਼ ਨੂੰ ਵਧੀਆ ਖਿਡਾਰੀ ਮਿਲ ਸਕਣ। ਸਾਡੇ ਕੋਲ ਸਮਾਂ ਬਹੁਤ ਹੀ ਘੱਟ ਤੇ ਸਿੱਖਿਆ 'ਚ ਬਹੁਤ ਹੀ ਕੰਮ ਕਰਨ ਵਾਲਾ ਹੈ। ਸਿੱਧੂ ਦੇ ਮਸਲੇ ਤੇ ਬੋਲਦੇ ਹੋਏ ਪ੍ਰਗਟ ਸਿੰਘ ਨੇ ਕਿਹਾ ਕਿ ਸਿੱਧੂ ਦੀ ਨਾਰਾਜ਼ਗੀ ਦਾ ਮਾਮਲਾ ਹੱਲ ਹੋ ਚੁੱਕਾ ਹੈ। ਨਵੀਂ ਸਰਕਾਰ ਨੂੰ ਬਣੇ ਹੋਏ ਅਜੇ ਕੁਝ ਹੀ ਦਿਨ ਹੋਏ ਹਨ, ਇਸ ਕਾਰਨ ਕੁਝ ਗਲਤੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਜਲਦੀ ਹੀ ਸੁਧਾਰ ਲਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਹੁਣ 3 ਮੈਂਬਰੀ ਕਮੇਟੀ ਰੋਜ਼ਾਨਾ ਮੀਟਿੰਗ ਕਰੇਗੀ ਤੇ ਤਾਲਮੇਲ ਬਣਾ ਕੇ ਰੱਖੇਗੀ ਕਿ ਅਜਿਹੀਆਂ ਗਲਤੀਆਂ ਦੁਬਾਰਾ ਨਾ ਹੋਣ। DGP AG ਤੇ ਰਾਣਾ ਗੁਰਜੀਤ ਦੇ ਮਸਲੇ 'ਚ ਪ੍ਰਗਟ ਸਿੰਘ ਨੇ ਕਿਹਾ ਕਿ ਇਹ ਉਹਨਾਂ ਦੇ ਉੱਪਰ ਦਾ ਮਾਮਲਾ ਹੈ। ਉੱਥੇ ਹੀ ਕੈਪਟਨ ਕਾਂਗਰਸ 'ਚ ਨਹੀਂ ਰਹਿਣਗੇ ਤੇ ਸਵਾਲ ਤੇ ਪ੍ਰਗਟ ਸਿੰਘ ਚੁੱਪੀ ਧਾਰਦੇ ਹੋਏ ਨਜ਼ਰ ਆਏ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਰਿਣੀ ਆ ਕਿ ਇਹ ਜਿਹੜਾ ਅਹੁਦਾ ਮਿਲਿਆ, ਮੈਂ ਇਹਨੂੰ ਇਕੱਲਾ ਅਹੁਦਾ ਨਹੀਂ ਸਮਝਦਾ, ਇਹ ਜ਼ਿੰਮੇਵਾਰੀ ਹੈ, ਕਿਉਂਕਿ ਸਮੱਸਿਆਵਾਂ ਬਹੁਤ ਹੈ ਔਰ ਹਮੇਸ਼ਾ ਉਹਨਾਂ ਤੇ ਕੰਮ ਕਰਨਾ ਤੇ ਉਹਦੇ ਤੇ ਸੁਹਿਰਦਤਾ ਦੇ ਨਾਲ ਅੱਗੇ ਵਧਣਾ, ਉਹ ਹਮੇਸ਼ਾ ਮੇਰੀ ਜ਼ਿੰਦਗੀ ਦਾ ਹਿੱਸਾ ਰਿਹਾ ਔਰ ਹਿੱਸਾ ਰਹੂਗਾ। ਔਰ ਮੈਂ ਕਿਉਂਕਿ ਐਜੂਕੇਸ਼ਨ, ਖੇਡਾਂ ਤੇ NRIs, ਕਿਉਂਕਿ ਇਹ ਕਿਤੇ ਨਾ ਕਿਤੇ ਇੰਟਰਕਨੈਕਟਡ ਹੈ, ਕਿਉਂਕਿ ਆਉਣ ਵਾਲੀ ਜਨਰੇਸ਼ਨ ਨੂੰ ਜੇ ਅਸੀਂ ਐਜੂਕੇਸ਼ਨ ਦੇ ਥਰੂ ਸਮੇਂ ਦਾ ਹਾਣੀ ਬਣਾ ਲਾਂਗੇ, ਇਹ ਕਈ ਵਾਰੀ ਸ਼ਾਰਟ ਸਮੇਂ ਲਈ ਗੱਲਾਂ ਤਾਂ ਸ਼ਾਇਦ ਬਹੁਤ ਚੰਗੀਆਂ ਲੁਭਾਣੀਆਂ ਨਹੀਂ ਲੱਗਦੀਆਂ, ਲੇਕਿਨ ਲੌਂਗ ਟਰਮ ਤੇ ਐਜੂਕੇਸ਼ਨ ਦਾ ਸਾਡੀ ਸੁਸਾਇਟੀ ਤੇ ਬਹੁਤ ਵੱਡਾ ਅਸਰ ਹੈ। ਔਰ ਉਹਦੇ ਨਾਲ ਨਾਲ ਚੰਗੀ ਸਿਹਤ ਦਾ ਹੋਣਾ,
ਔਰ NRIs ਜਿਹੜੇ ਵੀ ਦੁਨੀਆ ਦੇ ਉੱਤੇ ਜਿੱਥੇ ਵੀ ਬੈਠੇ ਆ ਉਹ ਪੰਜਾਬ ਨਾਲ ਕਨੈਕਟ ਵੀ ਕਰਦੇ ਆ ਔਰ ਪੰਜਾਬ ਦੀ ਮਦਦ ਵੀ ਕਰਨਾ ਚਾਹੁੰਦੇ ਆ, ਚਾਹੇ ਉਹ ਆਪਣੇ ਪਿੰਡ ਦੇ ਵਿੱਚ ਹੀ ਕਰਨ, ਖੇਡਾਂ ਦੇ ਜ਼ਰੀਏ ਨਾਲ ਕਰਨ, ਚਾਹੇ ਪੜ੍ਹਾਈ ਦੇ ਜ਼ਰੀਏ ਨਾਲ ਕਰਨ। ਉਹਦੇ ਲਈ ਮੈਂ ਉਹਨਾਂ ਨੂੰ ਜ਼ਰੂਰ ਰਿਕੁਐਸਟ ਕਰਨੀ ਆ ਵੀ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ, ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਸਮੇਂ ਦਾ ਹਾਣੀ ਬਣਾ ਲਾਂਗੇ ਤਾਂ ਇਹ ਬੱਚੇ ਸਾਡੇ ਜਿਹੜੇ ਜਿੰਨੇ ਬਾਹਰ ਵੀ ਜਾ ਰਹੇ ਆ, ਕਿਉਂਕਿ 40,000 ਕਰੋੜ ਰੁਪਈਆ ਲਗਭਗ ਫੀਸਾਂ ਦੇ ਥਰੂ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਿਹਾ ਤੇ ਸਾਡਾ ਬ੍ਰੇਨ ਡਰੇਨ ਜਿਹੜਾ ਹੋ ਰਿਹਾ ਉਹਨੂੰ ਕਿਤੇ ਨਾ ਕਿਤੇ ਆਪਾਂ ਇੱਥੇ ਸਸਟੇਨ ਕਰਨ ਦੇ ਵਿੱਚ ਸਕਸੈਸਫੁਲ ਹੋਵਾਂਗੇ। ਔਰ ਮੈਂ ਇਹਦੇ ਲਈ ਜਿੱਥੇ ਤੁਹਾਡਾ ਸਾਰਿਆਂ ਦਾ ਸਹਿਯੋਗ ਵੀ ਮੰਗਦਾ, ਕਿਉਂਕਿ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਜਿਹੜਾ ਇਹ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ, ਇਹ ਬਹੁਤ ਵੱਡਾ ਥੰਮ ਹੈ ਔਰ ਇਹਦਾ ਬਹੁਤ ਵੱਡਾ ਰੋਲ ਹੈ ਕਿ 3 ਪਿੱਲਰ ਕਰ ਕੀ ਰਹੇ ਆ ਔਰ ਉਹਦੇ ਲਈ ਆਪਾਂ ਸਾਰੇ ਸੁਹਿਰਦਤਾ, ਪੰਜਾਬ ਕਿਸੇ ਦਾ ਇਕੱਲਿਆਂ ਦਾ ਨਹੀਂ ਹੈ। ਜੇ ਕੋਈ ਮੰਤਰੀ ਬਣ ਜਾਂਦਾ, ਕੋਈ MLA ਬਣ ਜਾਂਦਾ, ਮੈਨੂੰ ਨਹੀਂ ਲੱਗਦਾ ਕਿ ਉਹ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੈ। ਸੋ ਆਪਾਂ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਈਏ ਤੇ ਆਪਾਂ ਇਸ ਪੰਜਾਬ ਨੂੰ, ਇਸ ਜਿਹੜਾ ਸਿਸਟਮ ਹੈ ਉਹਨੂੰ ਬੈਟਰ ਤਰੀਕੇ ਨਾਲ ਅੱਗੇ ਜਿਹੜਾ ਉਹ ਤੋਰ ਸਕੀਏ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਚੰਗਾ ਕੰਮ ਕੀਤਾ ਹੈ ਤੇ ਇਸ 2022 ਵਿੱਚ ਮੁੜ ਤੋਂ ਕਾਂਗਰਸ ਦੀ ਸਰਕਾਰ ਬਣੇਗੀ। ਕਾਂਗਰਸ ਨੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਮੈਂ ਅਮਰਿੰਦਰ ਸਿੰਘ ਨੂੰ ਨਿਮਰਤਾ ਨਾਲ ਕਹਿਣਾ ਚਾਹੁੰਦਾ ਹਾਂ ਕਿ ਪਾਰਟੀ ਨੇ ਉਹਨਾਂ ਨੂੰ ਬਹੁਤ ਸਤਿਕਾਰ ਦਿੱਤਾ ਹੈ। ਅੱਜ ਜਦੋਂ ਲੋਕਤੰਤਰ ਨੂੰ ਬਚਾਉਣ ਦਾ ਸਵਾਲ ਦੇਸ਼ ਦੇ ਸਾਹਮਣੇ ਹੈ, ਅਮਰਿੰਦਰ ਸਿੰਘ ਤੇ ਸੋਨੀਆ ਗਾਂਧੀ ਦੇ ਨਾਲ ਖੜੇ ਹੋਣ ਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ। ਰਾਵਤ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਨੇ ਅਮਰਿੰਦਰ ਸਿੰਘ ਨੂੰ 2 ਵਾਰ ਮੁੱਖ ਮੰਤਰੀ ਬਣਾਇਆ, ਉਹਨਾਂ ਦਾ ਬਹੁਤ ਸਤਿਕਾਰ ਕੀਤਾ। ਰਾਵਤ ਨੇ ਕਿਹਾ ਕਿ ਅਮਰਿੰਦਰ ਨੂੰ 2 ਵਾਰ ਫੋਨ ਕਰਕੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਰੀਸ਼ ਰਾਵਤ ਨੇ ਕਿਹਾ ਕਿ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਕਾਂਗਰਸ ਨੇ ਅਮਰਿੰਦਰ ਸਿੰਘ ਦਾ ਅਪਮਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਅਮਿਤ ਸ਼ਾਹ ਨਾਲ ਕੀਤੀ ਗਈ ਮੁਲਾਕਾਤ ਤੇ ਬੋਲਦੇ ਹੋਏ ਕਿਹਾ ਕਿ ਭਾਜਪਾ ਨਾਲ ਕੈਪਟਨ ਦੀ ਨੇੜਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਹਰੀਸ਼ ਰਾਵਤ ਨੇ ਕਿਹਾ ਕਿ ਅਮਿਤ ਸ਼ਾਹ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਠੀਕ ਨਹੀਂ ਹਨ। ਨਜ਼ਰੀਆ ਅਜਿਹਾ ਬਣਿਆ ਸੀ ਕਿ ਕੈਪਟਨ ਅਕਾਲੀਆਂ ਦੇ ਨਜ਼ਦੀਕੀ ਹਨ। ਉਹਨਾਂ ਨੇ ਕਿਹਾ ਕਿ ਕੈਪਟਨ ਕਿਸਾਨ ਵਿਰੋਧੀ ਭਾਜਪਾ ਦੇ ਮਦਦਗਾਰ ਨਾ ਬਣਨ। ਬੀਤੇ ਕੁਝ ਸਮੇਂ ਪਹਿਲਾਂ ਬੈਸਟ ਪ੍ਰਾਈਜ਼ ਮਾਲ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਮਾਲ ਅਧਿਕਾਰੀਆਂ ਵੱਲੋਂ ਕੰਮ ਤੋਂ ਕੱਢਣ ਦੇ ਮਸਲੇ ਵਿੱਚ ਭਾਰਤ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਦੇ ਮਾਲ ਬੰਦ ਕਰਵਾਏ ਗਏ ਹਨ ਤੇ ਮਾਲ ਦੇ ਅਧਿਕਾਰੀਆਂ ਨੂੰ 1 ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਜਲਦ ਉਹਨਾਂ ਮੁਲਾਜ਼ਮਾਂ ਨੂੰ ਬਹਾਲ ਕਰਨ ਅਤੇ ਉਹਨਾਂ ਨੂੰ ਬਣਦੀਆਂ ਤਨਖਾਹਾਂ ਦੇਣ, ਨਹੀਂ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਦੇਵ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਅਦਾਰੇ ਆਪਣੀਆਂ ਮਨਮਾਨੀਆਂ ਕਰਦੇ ਹਨ ਤੇ ਪੰਜਾਬ ਦੇ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੇ ਹਨ, ਜੋ ਕਿ ਸਰਾਸਰ ਗਲਤ ਹੈ ਤੇ ਕਿਸਾਨ ਜਥੇਬੰਦੀਆਂ ਅਜਿਹਾ ਨਹੀਂ ਹੋਣ ਦੇਣਗੀਆਂ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਵਿਦੇਸ਼ਾਂ ਵਿੱਚ ਵੀ ਵਿਰੋਧ ਹੋ ਰਿਹਾ ਹੈ, ਪਰ ਕੇਂਦਰ ਸਰਕਾਰ ਆਪਣੇ ਤਾਨਾਸ਼ਾਹੀ ਰਵੱਈਏ ਕਾਰਨ ਟਸ ਤੋਂ ਮਸ ਨਹੀਂ ਹੋ ਰਹੀ। ਅਸੀਂ ਅੱਜ ਦੇ ਵਿਰੋਧ ਤੋਂ ਵੀ ਇਹੋ ਅਪੀਲ ਕਰਦੇ ਹਾਂ ਕਿ ਕਾਰਪੋਰੇਟ ਘਰਾਣਿਆਂ ਦੇ ਅਧਿਕਾਰੀ ਗਰੀਬ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਨ ਦੀ ਬਜਾਏ ਉਹਨਾਂ ਨੂੰ ਰੋਜ਼ਗਾਰ ਦੇਣ, ਨਹੀਂ ਤਾਂ ਅਸੀਂ ਲੁਧਿਆਣਾ, ਮੋਹਾਲੀ ਤੇ ਹੋਰ ਵੀ ਸ਼ਹਿਰਾਂ ਦੇ ਬੈਸਟ ਪ੍ਰਾਈਜ਼ ਮਾਲ ਬੰਦ ਕਰਵਾਵਾਂਗੇ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨਾਂ ਨੇ ਮੰਤਰੀ ਰਾਜਾ ਵੜਿੰਗ ਤੋਂ ਸਵਾਲ ਕੀਤਾ ਕਿ ਕਾਂਗਰਸ ਨੇ ਗੇਟ ਸਮਝੌਤੇ ਦਾ ਵਿਰੋਧ ਕਿਉਂ ਨਹੀਂ ਕੀਤਾ, ਜਿਸ ਦੇ ਜਵਾਬ 'ਚ ਵੜਿੰਗ ਨੇ ਕਿਹਾ ਕਿ ਉਸ ਸਮੇਂ ਉਹ ਸਿਆਸਤ 'ਚ ਨਹੀਂ ਸਨ। ਕਿਸਾਨਾਂ ਦੇ ਕਰਜ਼ੇ ਮਾਫੀ ਤੇ ਵਾਅਦੇ ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਵੜਿੰਗ ਨੇ ਕਿਹਾ ਕਿ ਸਰਕਾਰ ਨੇ ਕਈ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਿੱਤੇ ਹਨ ਅਤੇ ਕਈਆਂ ਦੇ ਕਰਜ਼ਿਆਂ ਦੀ ਮੁਆਫੀ ਦੀ ਪ੍ਰਕਿਰਿਆ ਚੱਲ ਰਹੀ ਹੈ। 1984 ਦੇ ਦੰਗੇ ਅਤੇ ਕਤਲੇਆਮ 'ਚ ਜ਼ਿੰਮੇਵਾਰ ਕਾਂਗਰਸ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ 'ਚ ਵੜਿੰਗ ਨੇ ਕਿਹਾ ਕਿ ਉਸ ਸਮੇਂ ਉਹ ਸਿਰਫ 6 ਸਾਲਾਂ ਦੇ ਸਨ ਅਤੇ ਇਸ ਦੌਰਾਨ ਉਹਨਾਂ ਨੇ ਸਿਰਫ ਕਿਤਾਬਾਂ 'ਚ ਹੀ ਇਸ ਬਾਰੇ ਪੜ੍ਹਿਆ ਹੈ। ਉਹਨਾਂ ਨੇ ਕਿਹਾ ਕਿ ਇਹ ਇੱਕ ਵੱਡਾ ਦੁਖਾਂਤ ਸੀ, ਜਿਸ ਦੀ ਮਾਫੀ ਕਾਂਗਰਸ ਕਈ ਵਾਰ ਦੇਸ਼ ਦੀ ਸੰਸਦ 'ਚ ਮੰਗ ਚੁੱਕੀ ਹੈ। ਖੇਤੀ ਕਾਨੂੰਨ ਅੰਦੋਲਨ ਦੌਰਾਨ ਸਾਂਝੇ ਮੋਰਚੇ ਵੱਲੋਂ ਸਿਆਸਤਦਾਨਾਂ ਨੇ ਪਿੰਡਾਂ 'ਚ ਨਾ ਆਉਣ ਸੰਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਵੜਿੰਗ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ।
ਜਲੰਧਰ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਵੱਲੋਂ ਅੱਜ ਸਰਕਟ ਹਾਊਸ ਵਿਖੇ ਇੱਕ ਬੈਠਕ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਗਤ ਸਿੰਘ ਗਿਲਜੀਆਂ ਨੇ ਨਵਜੋਤ ਸਿੱਧੂ ਦੀ ਨਾਰਾਜ਼ਗੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸੰਗਤ ਸਿੰਘ ਗਿਲਜੀਆਂ ਨੇ ਨਵਜੋਤ ਸਿੱਧੂ ਤੇ ਬੋਲਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਨੂੰ ਮਨਾ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੁਝ ਫੈਸਲੇ ਗਲਤ ਲਏ ਗਏ ਸਨ, ਜਿਸ ਕਾਰਨ ਸਥਿਤੀ ਥੋੜੀ ਬਹੁਤ ਖਰਾਬ ਹੋ ਗਈ ਸੀ, ਪਰ ਹੁਣ ਇਸ ਬਾਰੇ ਗੱਲਬਾਤ ਹੋ ਚੁੱਕੀ ਹੈ। ਸ਼ਾਮ ਤੱਕ ਸਾਰੇ ਮਸਲੇ ਸਾਫ਼ ਤੇ ਸਪਸ਼ਟ ਹੋ ਜਾਣਗੇ। ਇਸ ਦੇ ਨਾਲ ਹੀ ਸੰਗਤ ਸਿੰਘ ਨੇ ਕਿਹਾ ਕਿ ਇੱਕ ਵਾਰ ਜੋ ਮੰਤਰੀ ਬਣ ਚੁੱਕੇ ਹਨ ਜਾਂ ਕੈਬਨਿਟ ਮੰਤਰੀ ਬਣ ਚੁੱਕੇ ਹਨ, ਉਹਨਾਂ ਨੂੰ ਕੈਬਨਿਟ 'ਚੋਂ ਬਾਹਰ ਨਹੀਂ ਕਰਨਾ ਚਾਹੀਦਾ। ਦੱਸ ਦਈਏ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ 'ਚ ਸ਼ਾਮਲ ਕਰਨ ਨੂੰ ਲੈ ਕੇ ਸਿੱਧੂ ਬਹੁਤ ਨਾਰਾਜ਼ ਸਨ, ਜਿਸ ਕਰਕੇ ਉਹਨਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਪਰ ਹਾਈ ਕਮਾਨ ਨੇ ਉਸ ਨੂੰ ਨਾਮਨਜ਼ੂਰ ਕਰ ਦਿੱਤਾ। ਹਰ ਕੋਈ ਉਹਨਾਂ ਨੂੰ ਮਨਾਉਣ 'ਚ ਲੱਗਾ ਹੋਇਆ ਹੈ। ਸਾਰੇ ਆਗੂ ਇਹ ਕੋਸ਼ਿਸ਼ਾਂ ਕਰ ਰਹੇ ਹਨ ਕਿ ਨਵਜੋਤ ਸਿੱਧੂ ਆਪਣਾ ਅਸਤੀਫਾ ਵਾਪਸ ਲੈ ਲੈਣ। ਸ਼੍ਰੋਮਣੀ ਕਮੇਟੀ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ 'ਚ 2003 ਤੋਂ 2015 ਤੱਕ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕਰਨ ਦੇ ਨਾਲ-ਨਾਲ ਦਿਹਾੜੀ ਤੇ ਕੰਮ ਕਰ ਰਹੇ ਨਾਨ ਟੀਚਿੰਗ ਸਟਾਫ ਨੂੰ ਕੰਟਰੈਕਟ ਅਧੀਨ ਲਿਆਂਦਾ ਗਿਆ। ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਐਲਾਨ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਐਜੂਕੇਸ਼ਨ ਟਰਸਟ 'ਚ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ 'ਚ ਕੀਤਾ ਗਿਆ। ਮੀਟਿੰਗ 'ਚ ਕਾਲਜ ਦੇ 60 ਅਧਿਆਪਕਾਂ ਨੂੰ ਪੱਕਾ ਕਰਨ ਦਾ ਮਤਾ ਪਾਸ ਕੀਤਾ ਗਿਆ, ਜਦਕਿ ਨਾਲ ਦਿਹਾੜੀ ਤੇ ਕੰਮ ਕਰ ਰਹੇ 40 ਨਾਨ ਟੀਚਿੰਗ ਮੁਲਾਜ਼ਮਾਂ ਨੂੰ ਕੰਟਰੈਕਟ ਅਧੀਨ ਲਿਆਂਦਾ ਗਿਆ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਕਤ ਫੈਸਲੇ ਤੋਂ ਇਲਾਵਾ ਇੰਜੀਨੀਅਰਿੰਗ ਅਤੇ ਬਹੁ ਤਕਨੀਕੀ ਕਾਲਜ ਤੇ ਮੁਲਾਜ਼ਮਾਂ ਲਈ ਕਈ ਮਹੀਨੇ ਤੋਂ ਰੁਕੀ ਤਨਖਾਹ ਲਈ 2 ਕਰੋੜ ਰੁਪਏ ਦੀ ਟਰਸਟ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਮੁਲਾਜ਼ਮਾਂ ਨੂੰ ਤਨਖਾਹ ਮਿਲ ਸਕੇ। ਉਹਨਾਂ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਇੰਜੀਨੀਅਰਿੰਗ ਕਾਲਜ ਅਤੇ ਲੁਧਿਆਣਾ ਦੇ ਇੰਜੀਨੀਅਰਿੰਗ ਕਾਲਜ ਦਾ ਸਰਕਾਰ ਵੱਲ ਐਸਸੀ ਬੱਚਿਆਂ ਦੀ ਸਕਾਲਰਸ਼ਿਪ ਦਾ ਪਿਛਲੇ ਕਈ ਸਾਲ ਦੇ ਕਰੀਬ 42 ਕਰੋੜ ਦਾ ਬਕਾਇਆ ਖੜਾ ਹੈ, ਜਿਸ ਕਰਕੇ ਕਾਲਜਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਸੰਬੰਧੀ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ, ਜਿਨ੍ਹਾਂ ਇਸ ਰਕਮ ਦੀ ਅਦਾਇਗੀ 3 ਕਿਸ਼ਤਾਂ 'ਚ ਦੇਣ ਦਾ ਭਰੋਸਾ ਦਿੱਤਾ ਸੀ, ਪਰ ਅਜੇ ਤੱਕ ਸਰਕਾਰ ਵੱਲੋਂ ਕੁਝ ਵੀ ਨਹੀਂ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਸਕਾਲਰਸ਼ਿਪ ਦੀ ਅਦਾਇਗੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਵਫਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇਗਾ ਤਾਂ ਕਿ ਕਾਲਜਾਂ ਦੀ ਵਿੱਤੀ ਹਾਲਤ ਠੀਕ ਹੋ ਸਕੇ। ਹਰ ਮਹੀਨੇ ਜਾਂ 1.5 ਮਹੀਨੇ ਬਾਅਦ ਟਰਸਟ ਦੀ ਮੀਟਿੰਗ ਹੁੰਦੀ ਹੈ। ਉਹਦੇ ਵਿੱਚ ਜਿੰਨਾ ਰੋਜ਼ਮਰਾ ਦਾ ਕੰਮ ਹੁੰਦਾ ਹੈ ਕਾਲਜ ਦਾ ਜਾਂ ਸਾਡੀ ਫੰਕਸ਼ਨਿੰਗ ਜਿਹੜੀ ਹੁੰਦੀ ਹੈ ਉਹਨੂੰ ਦੇਖਿਆ ਜਾਂਦਾ, ਵਾਚਿਆ ਜਾਂਦਾ, ਕੁਝ ਪ੍ਰਵਾਨਗੀਆਂ ਦੇਣੀਆਂ ਹੁੰਦੀਆਂ, ਕੁਝ ਪੁਸ਼ਟੀਆਂ ਕਰਨੀਆਂ ਹੁੰਦੀਆਂ, ਉਹ ਸਾਰਾ ਕੰਮ ਕੀਤਾ। ਅੱਜ ਇੱਕ ਅਸੀਂ ਸਾਡਾ ਸਟਾਫ ਜਿਹੜਾ ਕਾਫੀ ਚਿਰ ਤੋਂ ਕੋਈ ਕੰਟਰੈਕਟ ਤੇ ਸੀ ਜਾਂ ਕੋਈ ਆਰਜੀ ਤੌਰ ਤੇ ਸੀ, ਉਹਨਾਂ ਦਾ ਅੱਜ ਅਸੀਂ ਇੱਕ ਪਾਲਿਸੀ ਬਣਾ ਕੇ ਪਾਸ ਕੀਤੀ ਹੈ ਕਿ ਜਿਹੜੇ ਟੀਚਿੰਗ ਐਂਡ ਨਾਨ ਟੀਚਿੰਗ ਸਟਾਫ 2003 ਤੋਂ ਲੈ ਕੇ 2015 ਤੱਕ ਜਿਹੜੇ ਕੰਟਰੈਕਟ ਤੇ ਸੀਗੇ ਉਹਨਾਂ ਨੂੰ ਅਸੀਂ ਰੈਗੂਲਰ ਕੀਤਾ। 2003 ਤੋਂ ਲੈ ਕੇ 2015 ਤੱਕ ਸਾਰਾ ਸਟਾਫ ਜਿਹੜਾ ਰੈਗੂਲਰ ਕਰ ਦਿੱਤਾ ਤੇ ਉਹ ਪਾਲਿਸੀ ਪੂਰੀ ਤਿਆਰ ਕਰਕੇ ਉਹਨਾਂ ਦੀ ਸਹਿਮਤੀ ਨਾਲ ਉਹਨਾਂ ਨਾਲ ਡਿਸਕਸ ਕਰਕੇ ਸਾਰਾ ਉਹ ਕਰ ਦਿੱਤਾ। ਦੂਜਾ ਜਿਹੜਾ ਸਾਡੀ ਕਾਫੀ ਚਿਰ ਦੀ, ਕਿਉਂਕਿ ਕਰੋਨਾ ਕਰਕੇ ਅਸੀਂ ਬਹੁਤ ਮਾਰ ਖਾਧੀ, ਸਾਰੇ ਕਾਲਜ ਜਿਹੜੇ ਸੀਗੇ ਉਹ ਇਸ ਭੇਟ ਚੜ ਗਏ ਕਿ ਫੀਸਾਂ ਨਹੀਂ ਆ ਸਕੀਆਂ ਜਾਂ ਸਟਰੈਂਥ ਪੂਰੀ ਨਹੀਂ ਹੋ ਸਕੀ। ਕੁਝ ਬਾਹਰ ਦਾ ਝੁਕਾਅ ਪੈ ਗਿਆ, ਬੱਚਿਆਂ ਨੂੰ ਬਾਹਰ ਨੂੰ ਚਲੇ ਗਏ। ਇਕੱਲਾ ਕਾਲਜ ਸਾਡੇ ਨਹੀਂ, ਸਾਰੇ ਪੰਜਾਬ ਦੇ ਵਿੱਚ ਉਹਨਾਂ ਵੱਡਾ ਨੁਕਸਾਨ ਹੋਇਆ ਸੀ। ਤੇ ਕੁਝ ਤਨਖਾਹਾਂ ਜਿਹੜੀਆਂ ਇਹਨਾਂ ਦੀ ਪੈਂਡਿੰਗ ਸੀ ਕਾਲਜ ਵਾਲਿਆਂ ਦੀਆਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਇਸ ਲਈ ਲਾਇਬਿਲਟੀ ਸਮਝਦੀ ਹੈ ਕਿ ਅਸੀਂ ਉਹ ਜਮਾਤ ਹੈ ਜਿਹੜੀ ਇੱਕ ਜ਼ਿੰਮੇਵਾਰ ਜਿਹੜੀ ਸੰਸਥਾ ਜਿਹੜੀ ਹੈ ਪੁਆਈ ਜਾਂਦੀ ਹੈ। ਸੋ ਇਸ ਕਰਕੇ ਅੱਜ 2 ਕਰੋੜ ਰੁਪਈਆ ਇਹਨਾਂ ਨੂੰ ਜਾਰੀ ਕੀਤਾ ਕਿ 2 ਕਰੋੜ ਰੁਪਏ ਦੇ ਨਾਲ ਜਿਹੜੀ ਇਹਨਾਂ ਦੀ ਕੋਈ ਪੈਂਡਿੰਗ ਤਨਖਾਹਾਂ ਹਨ ਉਹ ਕੁਝ ਨਾ ਕੁਝ ਕਵਰ ਕੀਤੀਆਂ ਜਾ ਸਕਣ। ਇੱਕ ਵਫਦ ਬਣਾਇਆ ਜਿਹੜਾ ਕਿ ਸੀਐਮ ਨੂੰ ਮਿਲੇਗਾ ਇਸੇ ਹਫਤੇ ਦੇ ਵਿੱਚ ਹੀ, ਕਿ ਸਾਡਾ 42 ਕਰੋੜ ਰੁਪਈਆ ਜਿਹੜਾ ਐਸਸੀ ਸਕਾਲਰਸ਼ਿਪ ਦਾ ਸਾਡਾ ਕਾਲਜ ਇੰਜੀਨੀਅਰਿੰਗ ਕਾਲਜ ਲੁਧਿਆਣਾ ਵੀ ਇੱਥੇ ਦਾ ਵੀ ਸਾਡਾ 42 ਕਰੋੜ ਜਿਹੜਾ ਪੈਂਡਿੰਗ ਪਿਆ ਹੋਇਆ, ਉਹਨਾਂ ਵਾਸਤੇ ਸਾਡੇ ਡਾਕਟਰ ਸਰਦਾਰ ਸਤਵਿੰਦਰ ਸਿੰਘ ਟੋੜਾ ਸਾਹਿਬ, ਪੰਜੋਲੀ ਸਾਹਿਬ ਤੇ ਬਾਕੀ ਮੈਂਬਰ ਸਾਹਿਬਾਨ, ਪ੍ਰਿੰਸੀਪਲ ਸਾਹਿਬ, ਸਕੱਤਰ ਸਾਹਿਬ ਇਹ ਇੱਕ ਵਫਦ ਲੈ ਕੇ ਜਾਣਗੇ। ਜਿਹੜਾ ਪਹਿਲਾਂ ਮੈਂ ਦੇ ਕੇ ਆਈ ਹਾਂ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ, ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਤੁਹਾਨੂੰ 3 ਕਿਸ਼ਤਾਂ 'ਚ ਦੇ ਦਿਆਂਗੇ, ਪਰ ਇੱਕ ਵੀ ਕਿਸ਼ਤ ਅਜੇ ਤੱਕ ਨਹੀਂ ਆਈ। ਉਹਦੇ ਸਬੰਧ ਵਿੱਚ ਅਸੀਂ ਇਹਨੂੰ ਕਿਹਾ ਕਿ ਜਾ ਕੇ ਤੁਸੀਂ ਰਿਮਾਈਂਡਰ ਦੇ ਕੇ ਆਓ, ਯਾਦ ਕਰਾ ਕੇ ਆਓ। ਜੇ 42 ਕਰੋੜ ਰੁਪਏ ਸਾਡਾ ਰਹਿੰਦਾ ਸਰਕਾਰ ਵੱਲ, ਅਸੀਂ ਪੈਰਾਂ ਤੇ ਖੜੇ ਤਾਂ ਹੋ ਸਕਦੇ ਹਾਂ ਜੋ 42 ਕਰੋੜ ਰੁਪਏ ਸਾਡੇ ਕੋਲ ਆਵੇ। ਸੋ ਇਸ ਕਰਕੇ ਅੱਜ ਇਹ ਵਫਦ ਬਣਾਇਆ ਕਿ ਜਲਦੀ ਜਾ ਕੇ ਮਿਲੋ। ਜੇ ਸਾਰਾ ਨਹੀਂ ਦੇ ਸਕਦੇ ਤੇ ਘੱਟੋ ਘੱਟ ਸਾਨੂੰ 2-3 ਕਿਸ਼ਤਾਂ ਵਿੱਚ ਦੇ ਦੇਣ।
ਤਾਂ ਜੋ ਤਨਖਾਹਾਂ ਜਿਹੜੀਆਂ ਟੀਚਰਾਂ ਦੀਆਂ ਪ੍ਰੋਫੈਸਰਾਂ ਦੀਆਂ ਉਹ ਅਸੀਂ ਦੇ ਸਕੀਏ। ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ। ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਮੇਲ USA TV। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।